ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦਾ ਇਹ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ, ਉਹ ਇੱਕ ਨਵਾਂ ਜਿਹੜਾ ਕੰਮ ਚੱਲਿਆ ਹੈ, ਸਮਲਿੰਗੀ ਵਿਆਹ, ਯਾਨੀ ਕਿ ਮਰਦ ਦਾ ਮਰਦ ਨਾਲ ਵਿਆਹ, ਔਰਤ ਦਾ ਔਰਤ ਨਾਲ ਵਿਆਹ ਹੈ। ਔਰ ਇਹ ਕੋਈ ਆਪਣੇ ਤੌਰ 'ਤੇ ਕਰੇ ਤਾਂ ਉਹਦੀ ਮਰਜ਼ੀ ਹੈ। ਉਹ ਆਪਣੇ ਤੌਰ 'ਤੇ ਇੱਕ ਬੰਦਾ ਆਪਣਾ ਫੈਸਲਾ ਲੈਂਦਾ, ਉਹ ਮਰਦ ਦਾ ਮਰਦ ਨਾਲ ਵਿਆਹ ਕਰੇ, ਕੁਝ ਕਰੇ, ਉਹਦਾ ਨਿੱਜੀ ਆਪਣਾ ਪਰਸਨਲ ਫੈਸਲਾ ਹੋ ਸਕਦਾ। ਪਰ ਜਿਹੜੀ ਹੁਣ ਸਮੱਸਿਆ ਹੈ, ਉਹ ਜਿਹੜਾ ਮੈਨੂੰ ਫੋਨ ਆਏ ਨੇ ਕਈ ਇਹ ਵਿਦੇਸ਼ ਤੋਂ, ਅਮਰੀਕਾ ਤੋਂ, ਕਿ ਇਹ ਲੋਕ ਇਹ ਕੰਮ ਜਿਹੜਾ ਹੈ, ਇਹਨੂੰ ਸਿੱਖ ਗੁਰਦੁਆਰਿਆਂ ਦੇ ਵਿੱਚ ਔਰ ਸਿੱਖਾਂ ਦੇ ਵਿੱਚ ਘਸੋੜਨਾ ਚਾਹੁੰਦੇ ਹਨ ਕਿ ਇਹਦਾ ਗੁਰੂ ਘਰਾਂ ਦੇ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਫੇਰੇ ਲੈ ਜਾਣ। ਔਰ ਇਹ ਹੋਇਆ, ਇੱਕ ਲੜਕੇ ਦਾ ਲੜਕੇ ਨਾਲ ਵਿਆਹ ਗੁਰਦੁਆਰਾ ਸਾਹਿਬ ਤੋਂ ਬਾਹਰ ਕਿਸੇ ਕਾਮਰੇਡੀ ਸਿੱਖ ਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ, ਉੱਥੇ ਉਹਨੇ ਫੇਰੇ ਵੀ ਕਰਾਏ ਨੇ। ਔਰ ਸਾਰਾ ਜਿਹੜੀ ਗੁਰੂ ਸਾਹਿਬ ਦਾ ਸਤਿਕਾਰ ਹੈ ਨਹੀਂ ਰੱਖਿਆ ਗਿਆ, ਉੱਥੇ ਸ਼ਰਾਬਾਂ ਵੀ ਚੱਲੀਆਂ, ਉੱਥੇ ਸਭ ਕੁਝ ਚੱਲਿਆ। ਤਾਂ ਉਹਦੇ ਵਾਸਤੇ ਮੈਨੂੰ ਇਹ ਕਿਹਾ ਗਿਆ ਸੀ ਕੋਈ ਵਿਚਾਰ ਜਿਹੜਾ ਗੁਰਮਤ ਦਾ ਇਹ ਦਿੱਤਾ ਜਾਏ ਵੀ ਜਿਹਦੇ ਨਾਲ ਨੌਜਵਾਨਾਂ ਨੂੰ, ਸਿੱਖ ਸੰਗਤ ਨੂੰ ਪਤਾ ਲੱਗੇ। ਵੇਖੋ, ਪਹਿਲੀ ਗੱਲ ਤਾਂ ਹੈ ਵੀ ਇਹ ਦੁਨੀਆ ਦੇ ਵਿੱਚ ਸ਼ੁਰੂ ਤੋਂ ਲੈ ਕੇ ਕੁਝ ਇਸ ਤਰ੍ਹਾਂ ਦੇ ਕੰਮ ਹੁੰਦੇ ਰਹੇ ਹਨ ਜਿਨ੍ਹਾਂ ਨੂੰ ਨਾ ਕੁਦਰਤ ਪ੍ਰਵਾਨ ਕਰਦੀ ਹੈ, ਨਾ ਨੇਚਰ ਪ੍ਰਵਾਨ ਕਰਦੀ ਹੈ, ਨਾ ਉਹਨਾਂ ਨੂੰ ਧਰਮ ਪ੍ਰਵਾਨ ਕਰਦਾ ਹੈ। ਲੋਕ ਕਰਦੇ ਰਹੇ ਨੇ, ਕਈ ਕੁਝ ਚੱਲਦਾ, ਵੇਸ਼ਵਾਵਿਰਤੀ ਚੱਲਦੀ ਹੈ, ਹੋਰ ਚੱਲਦਾ, ਪਰ ਉਹਨੂੰ ਧਰਮ ਦੇ ਵਿੱਚ ਇਹ ਤਾਂ ਨਹੀਂ ਕੋਈ ਕਿ ਉਹ ਆ ਕੇ ਠੱਪਾ ਲਵਾਉਣ ਧਰਮ ਦਾ ਵੀ ਇਹ ਠੀਕ ਕੰਮ ਹੈ। ਉਹ ਆਪਣੇ ਤੌਰ 'ਤੇ ਕਰ ਸਕਦੇ, ਜਾਂ ਉਹਨਾਂ ਨੂੰ ਕਾਨੂੰਨ ਇਜਾਜ਼ਤ ਦੇਦਾ, ਜਾਂ ਕੋਰਟ ਇਜਾਜ਼ਤ ਦੇਦਾ, ਇਹ ਇੱਕ ਅਲੱਗ ਗੱਲ ਹੈ। ਪਰ ਧਰਮ ਦਾ ਜਿਹੜਾ ਕੋਰਟ ਹੈ, ਧਰਮ ਦੀ ਅਦਾਲਤ ਉਹਨੂੰ ਇਜਾਜ਼ਤ ਦਿੰਦੀ ਕਿ ਨਹੀਂ ਦਿੰਦੀ, ਇਹ ਅਲੱਗ ਤੋਂ ਗੱਲ ਹੈ। ਤਾਂ ਜਿਹੜਾ ਗੁਰਬਾਣੀ ਦੇ ਵਿੱਚ ਸਾਡਾ ਅਤੇ 10 ਗੁਰੂ ਸਾਹਿਬ ਦੇ ਟਾਈਮ ਦੇ ਉੱਤੇ ਜਿਹੜਾ ਉਪਦੇਸ਼ ਦਿੱਤਾ ਗਿਆ, ਉਹਦੇ ਵਿੱਚ ਇਸ ਚੀਜ਼ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਇਹ ਗੈਰ ਕੁਦਰਤੀ ਹੈ, ਅਨਨੈਚੁਰਲੀ ਹੈ। ਮਰਦ ਦਾ ਮਰਦ ਦੇ ਨਾਲ ਵਿਆਹ ਕਰਨਾ ਗੈਰ ਕੁਦਰਤੀ ਹੈ, ਔਰਤ ਦਾ ਔਰਤ ਨਾਲ ਕਰਨਾ। ਵੀ ਜਦੋਂ ਭਾਈ ਅਕਾਲ ਪੁਰਖ ਨੇ ਮਰਦ ਇਸਤਰੀ ਬਣਾਇਆ ਤਾਂ ਤੁਸੀਂ ਉਹਦੇ ਢੰਗ ਨਾਲ ਚੱਲੋ। ਪਰ ਬੰਦੇ ਨੇ ਅੱਜ ਕੀਤਾ ਕਿ ਸਾਰੀਆਂ ਚੀਜ਼ਾਂ ਨੇ ਤੋੜੀਆਂ ਨੇ। ਇਹਨੇ ਤਾਂ ਪਸ਼ੂਆਂ ਨੂੰ ਨਹੀਂ ਛੱਡਿਆ, ਔਰ ਪਸ਼ੂ ਦੇ ਵਿੱਚੋਂ ਇੱਕ ਤੋਂ ਲੈ ਕੇ ਅਤੇ ਦੂਸਰੇ ਨੂੰ ਉਹਦਾ ਹਾਈਬ੍ਰਿਡ ਕਰਤਾ, ਸਬਜ਼ੀਆਂ ਹਾਈਬ੍ਰਿਡ ਕਰ ਦਿੱਤੀਆਂ, ਚੀਜ਼ਾਂ ਤੋੜ ਦਿੱਤੀਆਂ, ਨਸਲਾਂ ਪੈਦਾ ਕੀਤੀਆਂ ਨਵੀਆਂ। ਪਰ ਉਹਦਾ ਜਿਹੜਾ ਨਤੀਜਾ ਹੈ ਉਹ ਸਾਹਮਣੇ ਸਾਡੇ ਆ ਰਿਹਾ ਹੈ। ਕੀ ਨਤੀਜਾ ਹੈ? ਅੱਜ ਜਿਹੜੇ ਵਾਇਰਸ ਆ ਰਹੇ ਨੇ, ਕਿਉਂ ਆ ਰਹੇ ਨੇ? ਨਵੇਂ ਤੋਂ ਨਵੇਂ ਬਿਮਾਰੀਆਂ ਆ ਰਹੀਆਂ, ਅਜੇ ਹੋਰ ਆਉਣੀਆਂ, ਜਿਹੜਾ ਕੰਮ ਬੰਦੇ ਨੇ ਫੜਿਆ ਹੋਇਆ। ਇਹ ਵਾਇਰਸ, ਬਿਮਾਰੀਆਂ, ਇਹ ਚੀਜ਼ਾਂ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਨੇ। ਔਰ ਉਹ ਪਿੱਛੇ ਜਿਹੜਾ ਵਾਇਰਸ ਆਇਆ, ਉਹ ਕਹਿੰਦੇ ਵੀ ਇਹ ਸਵੇਰੇ ਹੋਰ ਹੁੰਦਾ, ਇਹਦਾ ਰੂਪ ਸ਼ਾਮ ਨੂੰ ਹੋਰ ਹੋ ਜਾਂਦਾ, ਅਗਲੇ ਦਿਨ ਅਸੀਂ ਦਵਾਈ ਕਿਹਦੀ ਬਣਾਈਏ, ਤਾਂ ਰੂਪ ਹੀ ਬਦਲੀ ਜਾ ਰਿਹਾ। ਉਹ ਵੀ ਰੱਬ ਮੈਸੇਜ ਦੇ ਰਿਹਾ ਤੁਹਾਨੂੰ ਵੀ ਰੂਪ ਇਹ ਤਾਂ ਬਦਲ ਰਿਹਾ ਵੀ ਤੁਸੀਂ ਵੀ ਰੂਪ ਬਦਲ ਰਹੇ ਹੋ। ਤੁਸੀਂ ਵੀ ਨਹੀਂ 4 ਦਿਨ ਕੱਢਦੇ ਇੱਕ ਚੀਜ਼ ਦੇ ਉੱਤੇ। ਤੁਹਾਡਾ ਕੋਈ ਥਾਂ ਟਿਕਾਣਾ ਹੋਵੇ ਅਤੇ ਰੱਬ ਵੀ ਉਸ ਤਰ੍ਹਾਂ ਚੱਲੇ। ਹੁਣ ਉਹ ਕੀ ਕਰੇ? ਉਹਨਾਂ ਤੁਹਾਨੂੰ ਮੈਸੇਜ ਦੇਣਾ ਵੀ ਤੁਸੀਂ ਕੀ ਕਰ ਰਹੇ ਹੋ। ਤਾਂ ਪਹਿਲੀ ਗੱਲ ਤਾਂ ਗੁਰਬਾਣੀ ਵਿੱਚ ਜਿਹੜਾ ਪੁਰਸ਼ ਅਤੇ ਇਸਤਰੀ ਦਾ ਜਿਹੜਾ ਧਰਮ ਹੈ, ਉਹਦਾ ਮਤਲਬ ਵਿਧਾਨ ਹੈ, ਔਰ ਇਹਨਾਂ ਦਾ ਆਪਸੀ ਸਨੇਹ ਹੈ, ਇਹ ਕਿਹਾ ਗਿਆ ਹੈ ਬਾਣੀ ਦੇ ਵਿੱਚ। ਇਹ ਚੀਜ਼ਾਂ ਚੱਲਦੀਆਂ ਰਹੀਆਂ, ਪਰ ਇਹ ਗੈਰ ਕੁਦਰਤੀ ਹੈ। ਇਹਦੇ 'ਤੇ ਆਪਣੇ ਬੱਚਿਆਂ ਨੂੰ ਸੁਚੇਤ ਕਰਨਾ। ਦੂਜੀ ਗੱਲ ਜਿਹੜੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਪਤਾ ਨਹੀਂ ਇਹ ਲੋਕ ਜਦੋਂ ਇਹਨਾਂ ਨੇ ਕੋਈ ਇਹ ਕੰਮ ਪੁੱਠਾ ਸਿੱਧਾ ਕਰਨਾ ਅਤੇ ਗੁਰਦੁਆਰੇ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਸਿੱਖ ਇਤਿਹਾਸ ਦੀਆਂ ਵਿੱਚ ਰੈਫਰੈਂਸ ਕਿਉਂ ਦਿੰਦੇ ਨੇ? ਇਹਨਾਂ ਨੂੰ ਕੀ ਲੋੜ ਹੈ? ਤੁਸੀਂ ਆਪਣੇ ਤੌਰ 'ਤੇ ਕਰਨਾ ਕਰੋ। ਔਰ ਇਹਦੀ ਜੜ੍ਹ ਸਾਡੇ ਨਾਸਤਿਕ ਪ੍ਰਚਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਸਿੱਖ ਕੌਮ ਵਿੱਚ ਆ ਰਹੀਆਂ ਨਾ, ਇਹ ਉਹਨਾਂ ਲੋਕਾਂ ਦੀ ਦੇਣ ਹੈ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਐਜ ਇੱਕ ਗੁਰੂ ਸ਼ਖਸੀਅਤ ਮੰਨਣ ਦੀ ਲੋੜ ਨਹੀਂ, ਇਹ ਤਾਂ ਇੱਕ ਸਟੇਟਮੈਂਟ ਹੈ ਧਰਮ ਦੀ, ਬਸ ਵਿਆਖਿਆ ਹੈ, ਤੁਸੀਂ ਪੜ੍ਹ ਸਕਦੇ ਹੋ ਜਿਵੇਂ ਕਿਤਾਬ ਲਿਖੀ ਹੋਈ। ਇਹ ਉਹਨਾਂ ਦਾ ਬੀਜਿਆ ਹੋਇਆ ਬੀਜ ਹੈ ਜਿਹੜੇ ਰੋਜ਼ ਕਹਿੰਦੇ ਗੁਰੂ ਸਾਹਿਬ ਨੂੰ ਫੁੱਲ ਰੱਖਣ ਦੀ ਲੋੜ ਨਹੀਂ, ਸਜਾਵਟ ਦੀ ਲੋੜ ਨਹੀਂ, ਪਾਣੀ ਤਰੋਂਕਣ ਦੀ ਲੋੜ ਨਹੀਂ। ਇਹ ਉਹਨਾਂ ਦੀ
ਇਹ ਕੀਤੇ ਹੋਏ ਪ੍ਰਚਾਰ ਦਾ ਸਿੱਟਾ ਹੈ। ਭਾਈ ਜਦੋਂ ਕੋਈ ਧਰਮ ਪੈਦਾ ਹੁੰਦਾ ਉਹਦੀ ਵਿਆਖਿਆ ਉਸੇ ਧਰਮ ਦੇ ਵਿੱਚੋਂ ਕੀਤੀ ਜਾਂਦੀ ਹੈ, ਦੂਜੇ ਧਰਮ ਦੇ ਵਿੱਚੋਂ ਨਹੀਂ ਕੀਤੀ ਜਾ ਸਕਦੀ। ਜਿਹੜੀ ਫਸਲ ਜਿਹੜੀ ਮਿੱਟੀ ਵਿੱਚ ਪੈਦਾ ਹੁੰਦੀ ਹੈ ਉਹਦੇ ਵਿੱਚ ਹੀ ਪੈਦਾ ਹੁੰਦੀ ਹੈ, ਦੂਸਰੀ ਮਿੱਟੀ ਵਿੱਚ ਉਹਦਾ ਬੂਟਾ ਨਹੀਂ ਪੈਦਾ, ਫਸਲ ਨਹੀਂ ਦਿੰਦੀ ਉਹ। ਕੋਈ ਸਨਾਤਨ ਮਤ ਹੈ, ਉਹਦੇ ਗ੍ਰੰਥ ਆਪਣੇ ਨੇ। ਨਾ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਆਖਿਆ ਉਹ ਸਨਾਤਨ ਮਤ ਦੇ ਗ੍ਰੰਥਾਂ ਦੇ ਅਨੁਸਾਰ ਕਰਨੀ ਹੈ, ਨਾ ਅਸੀਂ ਉਹਦੀ ਈਸਾਈ ਮਤ ਦੇ ਅਨੁਸਾਰ ਕਰਨੀ ਹੈ, ਨਾ ਉਹਦੀ ਅਸੀਂ ਕੌਮਨਿਸਟ ਕਿਰਿਆ ਜਿਹੜੀ ਹੈ, ਕੌਮਨਿਸਟ ਜਿਹੜੇ ਕਈ ਕਿਤਾਬਾਂ ਨਵੀਆਂ ਆਈਆਂ ਨੇ, ਐਸੇ ਲੇਖਕ ਨੇ ਜਿਨ੍ਹਾਂ ਨੇ ਅੱਜ ਇਹਦੇ ਵਿੱਚ ਉਹ ਸਾਡੀ ਇੱਕ ਇੱਥੇ ਲਹਿਰ ਚੱਲੀ ਸੀ, ਨਕਸਲਵਾੜੀ ਲਹਿਰ ਚੱਲੀ ਸੀ, ਉਹਦੇ 'ਚੋਂ ਅੱਗੇ ਕੁਝ ਮਾਸਟਰ ਬਣ ਗਏ, ਕੁਝ ਉਹਨਾਂ 'ਚੋਂ ਕਥਾਵਾਚਕ ਬਣ ਗਏ। ਅੱਜ ਉਹ ਸਾਰੀ ਵਿਆਖਿਆ ਹੀ ਉਹਨਾਂ ਪੱਛਮੀ ਲੇਖਕਾਂ ਦੀ ਐਨਕ ਲਾ ਕੇ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਜਿਹੜੀ, ਜਦ ਕਿ ਬਾਣੀ ਦੀ ਵਿਆਖਿਆ ਬਾਣੀ ਹੀ ਕਰਦੀ ਹੈ, ਕੰਡੇ ਨੂੰ ਕੰਡਾ ਹੀ ਕੱਢਦਾ ਹੈ। ਬਾਣੀ ਦੇ ਸਿਧਾਂਤ ਦੀ ਵਿਆਖਿਆ ਬਾਣੀ ਕਰਦੀ, ਜਾਂ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਕਰਦੀਆਂ ਨੇ, ਜਾਂ ਭਾਈ ਨੰਦ ਲਾਲ ਸਾਹਿਬ ਦੀਆਂ ਵਾਰਾਂ ਕਰਦੀਆਂ ਨੇ। ਬਾਹਰੋਂ ਜੇ ਕਿਸੇ ਧਰਮ ਗ੍ਰੰਥ ਦੀ ਤੁਸੀਂ ਨਜ਼ਰੀਆ ਲੈ ਕੇ ਵਿਆਖਿਆ ਕਰੋਗੇ ਤਾਂ ਫਿਰ ਇਹ ਕੁਝ ਨਿਕਲਣਾ ਜੋ ਅੱਜ ਸਮਲਿੰਗੀ ਵਿਆਹ ਨਿਕਲਿਆ। ਔਰ ਨਾਲੇ ਹੁਣ ਤਾਂ ਸਾਡੇ ਰੰਗ ਬਿਰੰਗੇ ਵਿਚਾਰਕ ਪ੍ਰਚਾਰਕ ਪੈਦਾ ਹੋ ਗਏ ਨੇ, ਜਿਹੜੇ ਕਹਿੰਦੇ ਬੜੀ ਹਾਸੋਹੀਣੀ ਗੱਲ ਹੈ, ਕਹਿੰਦੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਕਥਾ ਜਿਹੜੀ ਕਰਨੀ ਪਏਗੀ, ਪਹਿਲਾਂ ਮਾਰਕੀਟ ਵਿੱਚ ਜਾ ਕੇ ਲੋਕਾਂ ਨੂੰ ਪੁੱਛਣਾ ਪਏਗਾ ਵੀ ਤੁਸੀਂ ਜਿਉਣਾ ਕਿਵੇਂ ਚਾਹੁੰਦੇ ਹੋ। ਉਹ ਜੋ ਕਹਿਣਗੇ ਮਨ ਮਰਜ਼ੀ ਦੇ ਅਨੁਸਾਰ, ਬਦਫੈਲੀ ਦੇ ਅਨੁਸਾਰ, ਉਹਦੇ ਅਨੁਸਾਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰ ਦਾਂਗੇ। ਇਹਦਾ ਮਤਲਬ ਉਹ ਯਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਆਸਰਾ ਲੈ ਕੇ ਤੁਸੀਂ ਕ੍ਰਾਈਮ ਕਰਨਾ ਚਾਹੁੰਦੇ ਹੋ। ਮਤਲਬ ਗੁਰੂ ਦੀ ਤੁਸੀਂ ਮੋਹਰ ਲਾਉਣਾ ਚਾਹੁੰਦੇ ਹੋ ਵੀ ਅਸੀਂ ਆਹ ਗਲਤ ਕੰਮ ਕਰਨਾ ਅਤੇ ਗੁਰੂ ਸਾਨੂੰ ਮੋਹਰ ਲਾਦਾ। ਇਹ ਵੀ ਉਹੀ ਕਰ ਰਹੇ ਨੇ ਬੰਦੇ ਕਿ ਅਸੀਂ ਸਮਲਿੰਗੀ ਵਿਆਹ ਗੈਰ ਕੁਦਰਤੀ ਜਿਹੜਾ ਅਨਨੈਚੁਰਲੀ ਕੰਮ ਹੈ ਉਹ ਕਰਨਾ ਹੈ, ਅਤੇ ਸਾਨੂੰ ਸਪੋਰਟ ਗੁਰੂ ਗ੍ਰੰਥ ਸਾਹਿਬ ਦੀ, ਗੁਰਦੁਆਰਿਆਂ ਦੀ ਔਰ ਸਿੱਖ ਪੰਥ ਦੀ ਚਾਹੀਦੀ ਹੈ। ਨਹੀਂ, ਸਿੱਖ ਪੰਥ ਵਿੱਚ ਇਹਦਾ ਕੋਈ ਥਾਂ ਨਹੀਂ ਹੈ। ਇਸ ਕਰਕੇ ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ। ਠੀਕ ਹੈ, ਕੁਝ ਲੋਕ ਗਿਣਤੀ ਦੇ ਇਸ ਤਰ੍ਹਾਂ ਦੇ ਕੰਮ ਸ਼ੁਰੂ ਤੋਂ ਕਰਦੇ ਆ ਰਹੇ, ਹੁਣ ਵੀ ਕਰੀ ਜਾਣ, ਸਾਨੂੰ ਕੀ ਹਰਜ ਹੈ, ਆਪਣੇ ਘਰ ਵਿੱਚ ਕਰੀ ਜਾਣ, ਆਪਣੇ ਸਾਈਡ 'ਤੇ ਕਰੀ ਜਾਣ, ਪਰ ਇਹਨਾਂ ਗੁਰੂ ਘਰਾਂ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਕੀ ਲੈਣਾ ਇਹਨਾਂ। ਇਸ ਕਰਕੇ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿਦੇਸ਼ ਵਿੱਚ ਗੁਰੂ ਘਰਾਂ ਦੇ ਜਿਹੜੇ ਕਮੇਟੀਆਂ ਹਨ ਉਹਨਾਂ ਨੂੰ ਇਕੱਠੇ ਹੋ ਕੇ ਮਤਾ ਪਾਉਣਾ ਚਾਹੀਦਾ ਕਿ ਆਨੰਦ ਕਾਰਜ ਹੋਣ ਸਿਰਫ ਗੁਰਦੁਆਰਾ ਸਾਹਿਬ ਦੇ ਵਿੱਚ ਹੋਣ। ਬਹੁਤ ਸਾਰੀਆਂ ਚੀਜ਼ਾਂ ਇਹਦੇ ਨਾਲ ਹੱਲ ਹੋ ਜਾਣਗੀਆਂ, ਕਿਉਂਕਿ ਉੱਥੇ ਤਾਂ ਆਉਣ ਨਹੀਂ ਲੱਗੇ ਇਸ ਤਰ੍ਹਾਂ। ਦੂਸਰਾ, ਗੁਰੂ ਸਾਹਿਬ ਦੇ ਸਰੂਪ ਨਾ ਕਿਤੇ ਦਿਓ, ਇਹ ਇਸ ਤਰ੍ਹਾਂ ਦੇ ਮਤੇ ਕਮੇਟੀਆਂ ਨੂੰ ਮਿਲ ਕੇ ਪਾਉਣੇ ਚਾਹੀਦੇ ਨੇ। ਬਾਕੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਪਰੋਚ ਕਰਕੇ ਉੱਥੋਂ ਕੋਈ ਸੰਦੇਸ਼ ਲੈਣਾ ਚਾਹੀਦਾ ਤਾਂ ਕਿ ਸਿੱਖ ਸੰਗਤ ਨੂੰ ਦੱਸਿਆ ਜਾ ਸਕੇ ਔਰ ਉਹ ਲਾਗੂ ਹੋ ਸਕੇ। ਸੋ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਣ ਵਾਸਤੇ ਦਾਸ ਨੂੰ ਕੁਝ ਫੋਨ ਆਏ ਸਨ ਕਿ ਆਪਣੀ ਵਿਚਾਰ ਮੈਂ ਦੱਸਾਂ ਜਿੰਨੇ ਕੁ ਮੈਨੂੰ ਪਤਾ ਹੈ, ਉਸ ਢੰਗ ਦੇ ਨਾਲ ਆਪਾਂ ਆਪਣਾ ਜਿਹੜਾ ਇਹ ਸਿੱਖੀ ਹੈ ਇਹਦੇ ਵਿੱਚ ਜਿਹੜੇ ਘੁਸਪੈਠੀਏ ਹਨ, ਜਿਹੜੇ ਬਾਣੀ ਦੀ ਵਿਆਖਿਆ ਆਪਣੀ ਨਜ਼ਰੀਏ ਤੋਂ ਕਰਨੀ ਚਾਹੁੰਦੇ ਨੇ, ਧਰਮ ਦੀ ਵਿਆਖਿਆ ਆਪਣੇ ਅਨੁਸਾਰ ਕਰਨੀ ਚਾਹੁੰਦੇ ਨੇ, ਉਹ ਕਹਿੰਦੇ ਵੀ ਜੇ ਲੋਕਾਂ ਨੂੰ ਪੁੱਛ ਕੇ ਆਓ ਵੀ ਜੇ 95% ਲੋਕ ਗਰਕ ਹੋ ਗਏ ਨੇ ਅਤੇ ਗੁਰਬਾਣੀ ਦੀ ਵਿਆਖਿਆ ਉਹਨਾਂ 95% ਵੋਟਿੰਗ ਦੇ ਆਧਾਰ 'ਤੇ ਉਹਨਾਂ ਦੇ ਅਨੁਸਾਰ ਕੀਤੀ ਜਾਏ, ਇਹ ਸਿੱਖੀ ਕਦੀ ਪ੍ਰਵਾਨ ਨਹੀਂ ਕਰੇਗੀ। ਜੇ ਦੁਨੀਆ ਵਿੱਚ ਇਕੱਲਾ ਸਿੱਖ ਵੀ ਸਾਬਤ ਬਚ ਗਿਆ ਅਤੇ ਉਹ ਇਕੱਲਾ ਹੀ ਸਿੱਖੀ ਦੀ ਗੱਲ ਕਰੇਗਾ, ਭਾਵੇਂ ਸਾਰੀ ਦੁਨੀਆ ਇੱਕ ਪਾਸੇ ਖੜੀ ਹੋ ਜਾਏ। ਇਹ ਕੋਈ ਵੋਟਿੰਗ ਨਹੀਂ ਹੈ, ਅਤੇ ਜੇ ਤੁਸੀਂ ਵੋਟਿੰਗ ਦੇ ਗਿਣਤੀ ਨੂੰ ਲੈਣਾ ਹੈ ਫਿਰ ਤੁਸੀਂ ਧਾਰਮਿਕ ਨਹੀਂ ਹੋ ਸਕਦੇ, ਫਿਰ ਤਾਂ ਤੁਸੀਂ ਮੌਕਾ ਪ੍ਰਸਤ ਹੋ। ਇਸ ਕਰਕੇ ਇਹ ਵਿਚਾਰਾਂ ਇਹ ਬਿਲਕੁਲ ਗੈਰ ਕੁਦਰਤੀ ਹੈ, ਇਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ, ਸਿੱਖੀ ਨਾਲ ਕੋਈ ਸੰਬੰਧ ਨਹੀਂ ਹੈ। ਆਪਣੇ ਤੌਰ 'ਤੇ ਕੋਈ ਕਰਦਾ ਹੈ, ਸਾਡੇ ਵੱਲੋਂ ਕੋਈ ਪਸ਼ੂਆਂ ਨਾਲ ਕਰਾ ਲਵੇ ਵਿਆਹ, ਸਾਨੂੰ ਕੀ ਇਹਦੇ ਵਿੱਚ ਹਰਜ ਹੈ। ਪਰ ਜਿਹੜੀ ਪਰਮਾਤਮਾ ਨੇ ਬਣਾਈ ਸਿਸਟਮ ਹੈ ਉਹਦੇ ਅਨੁਸਾਰ ਸਾਨੂੰ ਚੱਲਣਾ ਇਹ ਕੁਦਰਤੀ ਹੈ। ਪਤੀ ਪਤਨੀ ਦਾ ਜਿਹੜਾ ਸਿਲਸਿਲਾ ਉਹ ਚੱਲ ਰਿਹਾ, ਉਹ ਹੀ ਕਾਮਯਾਬ ਹੈ। ਸਾਰੇ ਢੰਗ ਕਈ ਆਏ ਨੇ, ਕਈ ਮੈਰਿਜ ਦੇ ਕਈ ਤਰੀਕੇ ਆਏ ਨੇ, ਪਰ ਸਾਰੇ ਫੇਲ ਹੁੰਦੇ ਜਾ ਰਹੇ ਨੇ। ਸਿਰਫ ਇੱਕੋ ਹੀ ਲੰਮੇ ਤੌਰ 'ਤੇ ਬਚਦਾ, ਭਾਵੇਂ ਇਹਦੇ ਵਿੱਚ ਕੁੜੱਤਣ ਨੇ, ਭਾਵੇਂ ਇਹਦੇ ਵਿੱਚ ਕਲੀਆ ਕਲੇਸ਼ ਜਾਂ ਕੁਝ ਵੀ ਹੁੰਦਾ, ਪਰ ਲੰਮਾ ਚੱਲਣ ਵਾਲਾ ਇੱਕ ਜਿਹੜਾ ਗ੍ਰਸਥ ਜੀਵਨ ਹੈ ਉਹ ਪਤੀ ਪਤਨੀ ਦਾ, ਪੁਰਸ਼ ਅਤੇ ਇਸਤਰੀ ਦਾ ਕੰਸੈਪਟ ਬਾਣੀ ਵਿੱਚ ਆਇਆ। ਸੋ ਇਹ ਉਮੀਦ ਹੈ ਆਪ ਜੀ ਜ਼ਰੂਰ ਇਹਦੇ 'ਤੇ ਵਿਚਾਰ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।